ਬੀਬੀ ਸੰਤ ਦੇ ਕੰਨ ਠੀਕ ਨਹੀਂ ਸਨ ਹੁੰਦੇ। ਇੱਕ ਵਾਰ ਭਾਈ ਸਾਹਿਬ ਨੇ ਉਸ ਨੂੰ ਕਿਹਾ ਕਿ ਸੰਤ, ਤੇਰੇ ਕੰਨ ਠੀਕ ਨਹੀਂ ਹੁੰਦੇ, ਅਸੀਂ ਕਈ ਵਾਰ ਅਰਦਾਸ ਵੀ ਕੀਤੀ ਹੈ, ਕਿਤੇ ਤੂੰ ਆਪਣੇ ਆਪ ਨੂੰ ਸ਼ਰਾਪ ਤੇ ਨਹੀਂ ਦਿੱਤਾ? ਬੀਬੀ ਨੇ ਆਖਿਆ, ਹਾਂ, ਜਦੋਂ ਮੇਰੇ ਸਹੁਰਾ ਸਾਹਿਬ ਸਿੱਖਾਂ ਦੀ ਅਤੇ ਤੁਹਾਡੀ ਨਿੰਦਾ ਕਰਦੇ ਸਨ, ਤਦੋਂ ਮੈਂ ਆਖਦੀ ਸਾਂ ਕਿ ਹੇ ਵਾਹਿਗੁਰੂ ਜੀ, ਮੇਰੇ ਕੰਨ ਨਾ ਰਹਿਣ, ਤਾਂ ਕਿ ਮੈਂ ਆਪਣੇ ਕੰਨੀ ਇਹ ਨਿੰਦਾ ਨਾ ਸੁਣਾ। ਭਾਈ ਸਾਹਿਬ ਨੇ ਫਰਮਾਇਆ, ਲੈ ਫਿਰ ਤੈਨੂੰ ਆਪਣਾ ਹੀ ਸ਼ਰਾਪ ਲੱਗਾ, ਇਸ ਨੂੰ ਕੌਣ ਹਟਾਵੇ। ਇਹ ਯਾਦ ਰੱਖੋ ਕਿ ਆਪਣੇ ਆਪ ਨੂੰ ਕਦੇ ਕੋਈ ਸ਼ਰਾਪ ਦੀ ਤਰ੍ਹਾਂ ਕੋਈ ਗੱਲ ਨਹੀਂ ਕਹਿਣੀ ਚਾਹੀਦੀ। ਇੱਕ ਵਾਰ ਭਾਈ ਸਾਹਿਬ ਜੀ ਨੇ ਦੱਸਿਆ ਕਿ ਇੱਕ ਬ੍ਰਾਹਮਣ ਸੀ ਜੋ ਬਹੁਤ ਪਰਹੇਜ਼ਗਾਰ ਸੀ। ਜੰਗਲ ਵਿੱਚ ਤਪ ਕਰ ਰਿਹਾ ਸੀ। ਉਹ ਬਿਮਾਰ ਹੋ ਗਿਆ। ਉਸ ਨੂੰ ਖੂਨੀ ਟੱਟੀਆਂ ਲੱਗ ਗਈਆਂ। ਪਾਸ ਹੀ ਕੋਈ ਨਦੀ ਸੀ। ਜੰਗਲ ਪਾਣੀ ਹੋ ਕੇ ਉੱਥੇ ਸਫਾਈ ਕਰੇ। ਜਦੋਂ ਜ਼ਿਆਦਾ ਕਮਜ਼ੋਰ ਹੋ ਗਿਆ ਤਾਂ ਉਹ ਕੁਟੀਆ ਛੱਡ ਕੇ ਨਦੀ ਦੇ ਕਿਨਾਰੇ ਹੀ ਲੇਟ ਗਿਆ ਤੇ ਬਹੁਤ ਦੁਖੀ ਸੀ। ਉਸਨੇ ਅਰਦਾਸ ਕੀਤੀ, ਹੇ ਭਗਵਾਨ, ਹੁਣ ਕੀ ਕਰਾਂ? ਮੇਰੀ ਸਹਾਇਤਾ ਕਰੋ। ਨੇੜੇ ਤੇੜੇ ਕੋਈ ਬੰਦਾ ਵੀ ਨਜ਼ਰ ਨਹੀਂ ਸੀ ਆਉਂਦਾ। ਉਹ ਅਰਦਾਸ ਕਰਦਾ ਰਿਹਾ। ਕੁਝ ਚਿਰ ਪਿੱਛੋਂ ਇੱਕ ਆਦਮੀ ਆਇਆ ਤੇ ਉਸਨੇ ਪੁੱਛਿਆ, ਦੱਸ, ਮੈਂ ਤੇਰੀ ਕੀ ਸਹਾਇਤਾ ਕਰ ਸਕਦਾ? ਬ੍ਰਾਹਮਣ ਨੇ ਸਾਰੀ ਹਾਲਤ ਰੋ ਰੋ ਕੇ ਦੱਸੀ। ਉਸ ਸੱਜਣ ਨੇ ਕਿਹਾ, ਤੁਸੀਂ ਘਬਰਾਓ ਨਾ, ਮੈਂ ਤੁਹਾਡੀ ਸੇਵਾ ਕਰਾਂਗਾ। ਉਹ ਉਸ ਨੂੰ ਜੰਗਲ ਪਾਣੀ ਬਿਠਾਉਂਦਾ, ਸਾਫ਼ ਸਫਾਈ ਕਰਦਾ, ਆਪਣੇ ਕੋਲੋਂ ਦਵਾਈ ਵੀ ਲਿਆ ਕੇ ਦਿੱਤੀ। ਇਸ ਤਰ੍ਹਾਂ 2-3 ਦਿਨ ਦੀ ਸੇਵਾ ਨਾਲ ਬ੍ਰਾਹਮਣ ਰਾਜ਼ੀ ਹੋ ਗਿਆ। ਕਮਜ਼ੋਰੀ ਬੜੀ ਸੀ। ਉਸ ਸੱਜਣ ਨੇ ਕਿਹਾ, ਹੁਣ ਤੁਸੀਂ ਰਾਜ਼ੀ ਹੋ? ਨਦੀ ਦੇ ਪਾਰ ਇੱਕ ਬਸਤੀ ਹੈ, ਉੱਥੇ ਚਲੇ ਜਾਓ। ਉੱਥੇ ਤੁਹਾਨੂੰ ਖੁਰਾਕ ਤੇ ਦਵਾਈ ਮਿਲੇਗੀ, ਰਾਜ਼ੀ ਹੋ ਜਾਓਗੇ। ਉਸਨੇ ਕਿਹਾ ਕਿ ਤਾਕਤ ਹੀ ਨਹੀਂ, ਤੁਰਿਆ ਹੀ ਨਹੀਂ ਜਾਂਦਾ। ਉਸ ਸੱਜਣ ਨੇ ਕਿਹਾ, ਮੈਂ ਤੁਹਾਨੂੰ ਪਹੁੰਚਾ ਦੇਣਾ। ਜਦੋਂ ਛੋਹ ਮਿਲੀ ਤਾਂ ਉਹ ਕੰਬ ਗਿਆ ਤੇ ਕਹਿਣ ਲੱਗਾ, ਹਾਏ, ਇਹ ਤੇ ਭਗਵਾਨ ਆਪ ਹੈ। ਬਾਂਹ ਫੜ ਲਈ ਤੇ ਕਿਹਾ, ਹੇ ਭਗਵਾਨ, ਮੈਂ ਪਛਾਣ ਲਿਆ, ਅਲੋਪ ਨਾ ਹੋ ਜਾਣਾ, ਮੇਰੀ ਇੱਕ ਗੱਲ ਦਾ ਉੱਤਰ ਦੇ ਕੇ ਜਾਣਾ। ਤੁਸੀਂ ਆਪ ਆਏ ਤੇ ਮੇਰੇ ਵਰਗੇ ਗੰਦੇ ਕੂਕਰ ਦੀ ਸੇਵਾ ਕੀਤੀ, ਇੰਨੀ ਔਖ ਝੱਲੀ। ਤੁਸੀਂ ਚਾਹੁੰਦੇ ਤਾਂ ਮੈਨੂੰ ਇੱਕ ਫੋਰ ਵਿੱਚ ਵੀ ਰਾਜ਼ੀ ਕਰ ਸਕਦੇ ਸਾਓ, ਤੁਸੀਂ ਰਾਜ਼ੀ ਕਿਉਂ ਨਹੀਂ ਕੀਤਾ? ਭਗਵਾਨ ਜੀ ਨੇ ਕਿਹਾ ਕਿ ਜਿਹੜੇ ਤੂੰ ਕਰਮ ਕੀਤੇ ਸਨ, ਉਹਨਾਂ ਦਾ ਫਲ ਤੈਨੂੰ ਭੋਗਣਾ ਪੈਣਾ ਸੀ। ਤੂੰ ਅਰਦਾਸ ਕੀਤੀ, ਅਸੀਂ ਆ ਗਏ। ਮੇਰਾ ਫਰਜ਼ ਹੈ, ਜਿੱਥੇ ਕੋਈ ਦਿਲੋਂ ਮਨੋਂ ਚੇਤੇ ਕਰੇ, ਦੁਖੀ ਦੀਨ ਹੋ ਕੇ ਅਰਦਾਸ ਕਰੇ, ਇਹ ਮੇਰਾ ਸੁਭਾਅ ਹੈ ਕਿ ਉੱਥੇ ਪੁੱਜ ਕੇ ਮੈਂ ਉਸ ਦੀ ਸਹਾਇਤਾ ਕਰਾਂ। ਭਾਈ ਸਾਹਿਬ ਨੇ ਆਪਣੀ ਕੋਠੀ ਦੇ ਅੰਦਰ ਕਈ ਪ੍ਰਕਾਰ ਦੇ ਫਲਾਂ ਦੇ ਦਰਖਤ ਲਾਏ ਹੋਏ ਸਨ। ਆਪ ਸੜਕ ਉੱਤੇ ਟਹਿਲ ਕੇ ਸੈਰ ਕਰ ਰਹੇ ਸਨ। ਗੇਟ ਦੀ ਖਿੜਕੀ ਖੁੱਲ੍ਹੀ ਸੀ। ਇੱਕ ਪਠਾਨ ਗੇਟ ਤੇ ਖੜਾ ਬਗੀਚੇ ਵੱਲ ਵੇਖ ਰਿਹਾ ਸੀ। ਜਦੋਂ ਆਪ ਖਿੜਕੀ ਤੇ ਆਏ ਤਾਂ ਪਠਾਨ ਨੇ ਪੁੱਛਿਆ, ਸਰਦਾਰ, ਇਹ ਬਗੀਚਾ ਤੇਰਾ ਹੈ? ਭਾਈ ਸਾਹਿਬ ਨੇ ਉੱਤਰ ਦਿੱਤਾ, ਖਾਨ, ਇਹ ਅੱਲਾ ਦਾ ਹੈ, ਪਰ ਮੈਨੂੰ ਇਸ ਦਾ ਮਾਲਕ ਆਖਦੇ ਨੇ। ਪਠਾਨ ਨੇ ਕਿਹਾ, ਮੈਂ ਅੰਦਰ ਆ ਕੇ ਵੇਖ ਲਵਾਂ? ਆਪ ਜੀ ਪਠਾਨ ਨੂੰ ਨਾਲ ਲੈ ਕੇ ਅੰਦਰ ਆ ਗਏ। ਜਦੋਂ ਪਠਾਨ ਨੇ ਅਖਰੋਟ ਦਾ ਬੂਟਾ ਵੇਖਿਆ ਤਾਂ ਹੈਰਾਨ ਹੋ ਕੇ ਪੁੱਛਣ ਲੱਗਾ, ਇਹ ਤਾਂ ਅਖਰੋਟ ਹੈ। या अल्लाह, अखरोट का बूटा अमृतसर में कैसे? ये तो पहाड़ की चीज है, ये इस जगह कैसे हो सकता है? भाई साहब ने कहा, ये मैं लाया, सेवा की थी ते अल्लाह ने फल दे दिता।
ਭਾਈ ਸਾਹਿਬ ਨੇ ਮਾਲੀ ਨੂੰ ਅੰਦਰ ਭੇਜ ਕੇ ਇਸ ਬੂਟੇ ਦੇ 2 ਅਖਰੋਟ ਮੰਗਵਾਏ। ਕਾਗਜ਼ੀ ਅਖਰੋਟ ਸਨ। ਹੱਥ ਵਿੱਚ ਦਬਾਏ ਤਾਂ ਗਿਰੀ ਨਿਕਲ ਪਈ। पठान आखे, या अल्लाह, ये तो करामात है। अरे ये तो करामात है, यहां पर ऐसा हो नहीं सकता। इस तरह आखते होया नमस्कार करके चला गया। ਇੱਕ ਵਾਰੀ ਇੱਕ ਬਿਰਧ ਹਿੰਦੂ ਸੱਜਣ ਦਿੱਲੀ ਵਿੱਚ ਆਪ ਨੂੰ ਮਿਲਣ ਆਏ। ਉਹਨਾਂ ਦੇ ਨਾਲ ਇੱਕ ਸਿੱਖ ਸੱਜਣ ਵੀ ਸੀ। ਡਰਾਈਵਰ ਅਤੇ ਸਿੱਖ ਸੱਜਣ ਨੇ ਉਹਨਾਂ ਨੂੰ ਕਾਰ ਤੋਂ ਉਤਾਰਿਆ। ਉਹਨਾਂ ਨੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਤੇ ਕਿਹਾ, ਮੈਂ ਜਸਟਿਸ ਭੰਡਾਰੀ ਦਾ ਵੱਡਾ ਭਰਾ ਹਾਂ, ਰਿਟਾਇਰਡ ਹਾਂ। 18-20 ਸਾਲਾਂ ਤੋਂ ਰੱਬ ਵਾਲੇ ਪਾਸੇ ਲੱਗਾ ਹੋਇਆ। ਬੜੇ ਸਾਧੂਆਂ ਨੂੰ ਮਿਲਿਆ। ਹਰਿਦੁਆਰ ਰਿਸ਼ੀਕੇਸ਼ ਵੀ ਸੰਤਾਂ ਪਾਸ ਜਾਂਦਾ ਰਿਹਾ। ਜੋ ਕੁਝ ਉਹ ਦੱਸਦੇ ਰਹੇ ਨੇ ਕਰਦਾ ਰਿਹਾ, ਪਰ ਅੰਦਰ ਬਿਲਕੁਲ ਖਾਲੀ ਹੈ। ਅੰਦਰ ਫਿੱਕਾਪਣ ਹੈ। ਜਦੋਂ ਇਕਾਂਤ ਵਿੱਚ ਬੈਠਣਾ ਤਾਂ ਮਹਿਸੂਸ ਕਰਨਾ ਬਣਿਆ ਤੇ ਕੁਝ ਵੀ ਨਹੀਂ। ਹੁਣ ਇਹ ਸਿੱਖ ਮਿੱਤਰ ਮਿਲਿਆ ਤੇ ਇਸ ਨੂੰ ਮੈਂ ਆਪਣੇ ਮਨ ਦੀ ਦਸ਼ਾ ਦੱਸੀ ਹੈ। ਉਹ ਮੈਨੂੰ ਗੁਰੂ ਨਾਨਕ ਚਮਤਕਾਰ ਪੜ੍ਹ ਕੇ ਸੁਣਾਉਂਦਾ, ਸੁਣਦਾ। ਸੁਣਦਾ ਹਾਂ ਤਾਂ ਅੱਖਾਂ ਭਰ ਜਾਂਦੀਆਂ ਨੇ, ਕਦੇ-ਕਦੇ ਦਿਲ ਟਿਕ ਜਾਂਦਾ। ਮੈਂ ਇਸ ਸੱਜਣ ਨੂੰ ਬੇਨਤੀ ਕੀਤੀ ਕਿ ਇਸ ਪੁਸਤਕ ਦੇ ਲੇਖਕ ਦੇ ਮੈਨੂੰ ਦਰਸ਼ਨ ਕਰਵਾ। ਸੋ ਮੈਂ ਉਸ ਨਾਲ ਦਰਸ਼ਨ ਕਰਨ ਲਈ ਆਇਆ। ਮੈਂ ਕਾਹਲੀ ਵਿੱਚ ਬਿਨਾਂ ਇਜਾਜ਼ਤ ਲੈਣ ਦੇ ਤੁਹਾਡੇ ਕੋਲ ਆ ਗਿਆ। ਖਿਮਾ ਕਰ ਦਿਓ ਅਤੇ ਕਿਰਪਾ ਕਰ ਦਿਓ ਕਿ ਮੇਰਾ ਜੀਵਨ ਵੀ ਸਫਲ ਹੋ ਜਾਏ। ਭਾਈ ਸਾਹਿਬ 2 ਮਿੰਟ ਚੁੱਪ ਰਹੇ ਤੇ ਫਿਰ ਫਰਮਾਨ ਕਰਨ ਲੱਗੇ, ਭੰਡਾਰੀ ਸਾਹਿਬ, ਤੁਸੀਂ ਤੇ ਤੁਰੇ ਹੋਏ ਹੋ। ਕਹਿੰਦੇ ਹੋ 18-20 ਸਾਲਾਂ ਤੋਂ ਘਾਲ ਕਰ ਰਿਹਾ। ਭੰਡਾਰੀ ਜੀ ਕਹਿਣ ਲੱਗੇ, ਕਿਰਪਾ ਕਰਕੇ ਹੁਣ ਟਾਲੋ ਨਾ। ਮੇਰੇ ਚੰਗੇ ਭਾਗ ਮੈਨੂੰ ਤੁਹਾਡੇ ਪਾਸ ਲੈ ਆਏ ਨੇ, ਹੁਣ ਕਿਰਪਾ ਕਰਕੇ ਮੈਨੂੰ ਰਸਤੇ ਉੱਤੇ ਪਾ ਦਿਓ। ਭਾਈ ਸਾਹਿਬ ਤਰਸ ਵਿੱਚ ਆਏ ਤੇ ਫਰਮਾਇਆ, ਭੰਡਾਰੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਨੇ, ਸਾਰੇ ਵਿੱਚ ਪ੍ਰੇਮ ਹੀ ਲਿਖਿਆ। ਕਿਧਰੇ ਗੁਰੂ ਸਾਹਿਬ ਨੇ ਆਪ ਇਸਤਰੀ ਬਣ ਕੇ ਮਿਲਾਪ ਦੇ ਤਰਲੇ ਲਏ ਨੇ। ਜਿਵੇਂ ਵਿਛੜੀ ਇਸਤਰੀ ਸੁਖਣਾ ਸੁਖਦੀ ਏ, ਤਰਲੇ ਲੈਂਦੀ ਏ ਕਿ ਕਿਵੇਂ ਮਿਲਾਪ ਹੋਵੇ, ਕਿਵੇਂ ਗਲ ਨਾਲ ਲਾਵੇ, ਕਿਵੇਂ ਆਪ ਪੁੱਤਰ ਬਣ ਕੇ ਵਾਹਿਗੁਰੂ ਨੂੰ ਮਾਤਾ ਪਿਤਾ ਬਣਾ ਕੇ ਤਰਲੇ ਕੀਤੇ ਨੇ, ਭੁੱਲਾਂ ਬਖਸ਼ਵਾਈਆਂ ਨੇ। ਕਿਤੇ ਸੇਵਕ ਤੇ ਦਾਸ ਬਣ ਕੇ ਤਰਲੇ ਕੀਤੇ ਨੇ। ਪੜ੍ਹ ਕੇ ਵੇਖੋ, ਪਿਆਰ ਹੀ ਪਿਆਰ ਭਰਿਆ ਪਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੱਦ ਹੀ ਕਰ ਦਿੱਤੀ ਏ। ਫਰਮਾਉਂਦੇ ਨੇ, ਸਾਚ ਕਹੋ ਸੁਣ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭੰਡਾਰੀ ਜੀ, ਗੁਰੂ ਨਾਲ ਪਿਆਰ ਪਾਓ, ਗੁਰੂ ਨਾਲ ਦੋਸਤੀ ਕਰੋ। 20 ਸਾਲ ਉਸ ਪਾਸੇ ਲਾਏ ਜੇ, ਕੁਝ ਸਮਾਂ ਇਸ ਪਾਸੇ ਵੀ ਲਾਓ। ਆਸਵੰਦ ਹੋ ਕੇ, ਭਰੋਸਾ ਕਰਕੇ, ਸਿਦਕ ਧਾਰ ਕੇ ਵੇਖ ਲੈਣਾ, ਗੁਰੂ ਜ਼ਰੂਰ ਤੁਠੇਗਾ। ਜੋ ਚਾਹੁੰਦੇ ਹੋ ਮਿਲੇਗਾ। ਭੰਡਾਰੀ ਸਾਹਿਬ ਦਾ ਚਿਹਰਾ ਚਮਕ ਉੱਠਿਆ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜੋ ਕੁਝ ਲੱਭਣਾ ਸੀ ਅੱਜ ਲੱਭ ਗਿਆ। ਭੰਡਾਰੀ ਸਾਹਿਬ ਨੇ ਪੁੱਛਿਆ, ਦੱਸੋ ਮੈਂ ਜਾਪ ਕਿਸ ਦਾ ਕਰਾਂ? ਭਾਈ ਸਾਹਿਬ ਨੇ ਪੁੱਛਿਆ, ਅੱਗੇ ਕੀ ਪੈ ਜਪਦੇ ਹੋ? ਉਸਨੇ ਕਿਹਾ, ਸੋਹੰ ਦਾ ਜਾਪ ਕਰਦਾ ਹਾਂ। ਭੰਡਾਰੀ ਜੀ ਦੇ ਪੁੱਛਣ ਤੇ ਭਾਈ ਸਾਹਿਬ ਨੇ ਕਿਹਾ, ਅਸੀਂ ਤੇ ਵਾਹਿਗੁਰੂ ਦਾ ਨਾਮ ਜਪਦੇ ਹਾਂ। ਭਾਈ ਸਾਹਿਬ ਨੇ ਆਖਿਆ, ਜਿਹੜਾ ਜਾਪ ਤੁਸੀਂ 20 ਸਾਲਾਂ ਤੋਂ ਕਰ ਰਹੇ ਹੋ, ਹੁਣ ਇਸ ਉਮਰੇ ਬਦਲਣਾ ਸ਼ਾਇਦ ਠੀਕ ਨਾ ਹੋਵੇ। ਤੁਸੀਂ ਨਾ ਸੋਹੰ ਦਾ ਹੀ ਜਾਪ ਕਰਦੇ ਰਹੋ, ਉੱਤੇ ਜਾ ਕੇ ਸਭ ਇੱਕੋ ਹੋ ਜਾਣਗੇ। ਇੱਕ ਗੱਲ ਕਹਾਂਗਾ ਕਿ ਸੋਹੰ ਦਾ ਜਾਪ ਜਿਹੜਾ ਤੁਸੀਂ ਕਰਦੇ ਹੋ, ਕਦੇ ਮਹਿਸੂਸ ਵੀ ਕੀਤਾ ਜੇ ਕਿ ਸੋਹੰ ਹੈ ਤੇ ਤੁਹਾਡੇ ਨੇੜੇ ਹੈ, ਤੁਹਾਡਾ ਜਾਪ ਸੁਣਦਾ?
ਉਹਨਾਂ ਨੇ ਉੱਤਰ ਦਿੱਤਾ, ਨਹੀਂ, ਇਹ ਤੇ ਕਿਸੇ ਨੇ ਨਹੀਂ ਦੱਸਿਆ। ਭਾਈ ਸਾਹਿਬ ਰੰਗ ਵਿੱਚ ਆ ਗਏ ਤੇ ਆਖਣ ਲੱਗੇ, ਭੰਡਾਰੀ ਜੀ, ਅਸੀਂ ਜਿਹੜਾ ਵਾਹਿਗੁਰੂ ਦਾ ਜਾਪ ਕਰਦੇ ਹਾਂ ਨਾ, ਮਹਿਸੂਸ ਕਰਦੇ ਹਾਂ ਕਿ ਵਾਹਿਗੁਰੂ ਹੈ, ਸਾਡੇ ਨੇੜੇ ਹੈ, ਸਾਡੇ ਸਿਰ ਤੇ ਖੜਾ ਹੈ, ਸਾਡਾ ਜਾਪ ਸੁਣਦਾ ਹੈ, ਸੁਣ ਕੇ ਖੁਸ਼ ਹੁੰਦਾ ਹੈ ਤੇ ਅਸੀਸਾਂ ਦਿੰਦਾ ਹੈ। ਕਦੇ ਮਹਿਸੂਸ ਕਰਦੇ ਹਾਂ ਕਿ ਹਿਰਦੇ ਵਿੱਚ ਆ ਗਿਆ ਹੈ ਤੇ ਠੰਡ ਪੈ ਜਾਂਦੀ ਹੈ। ਇਸ ਤਰ੍ਹਾਂ ਦਾ ਪਿਆਰਾ ਜੀਵਨ ਉਪਦੇਸ਼ ਦੇ ਕੇ ਉਸ ਸੱਜਣ ਨੂੰ ਨਿਹਾਲ ਕੀਤਾ। ਇੱਕ ਵਾਰ ਭਾਈ ਸਾਹਿਬ ਮਿਹਰ ਦੇ ਰੰਗ ਵਿੱਚ ਆਏ ਤੇ ਸਰਦਾਰ ਧਰਮਪਾਲ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਜੀ ਨਾਲ ਲੈ ਗਏ। ਵੱਡੀ ਪ੍ਰਕਰਮਾ ਵਿੱਚ ਕੋਈ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ। ਭਾਈ ਸਾਹਿਬ ਕੁਝ ਮਿੰਟ ਉੱਥੇ ਖੜੇ ਹੋ ਗਏ, ਨੇਤਰ ਬੰਦ ਸਨ। ਆਪ ਨੇ ਰਾਗੀ ਸਿੰਘ ਨੂੰ 5 ਰੁਪਏ ਅਰਦਾਸ ਕਰਵਾਏ। ਉਸ ਸਮੇਂ ਧਰਮਪਾਲ ਸਿੰਘ ਨੇ ਵੀ 5 ਰੁਪਏ ਅਰਦਾਸ ਕਰਵਾਏ। ਭਾਈ ਸਾਹਿਬ ਉਥੋਂ ਚੱਲ ਪਏ ਤੇ ਧਰਮਪਾਲ ਸਿੰਘ ਤੋਂ ਪੁੱਛਿਆ, ਤੁਸੀਂ 5 ਰੁਪਏ ਕਿਉਂ ਅਰਦਾਸ ਕਰਵਾਏ ਨੇ? ਕਿ ਸਾਨੂੰ ਵੇਖ ਕੇ ਕੀਤਾ ਜੇ? ਧਰਮਪਾਲ ਸਿੰਘ ਨੇ ਉੱਤਰ ਦਿੱਤਾ, ਸਵਾਦ ਆ ਗਿਆ ਸੀ ਤੇ ਮਨ ਕਰ ਰਿਹਾ ਸੀ ਬਈ ਕੁਝ ਅਰਦਾਸ ਕਰਵਾਵਾਂ, ਸੋ ਤੁਸੀਂ ਅਰਦਾਸ ਕਰਵਾਈ, ਫਿਰ ਤੁਹਾਡੇ ਵੱਲ ਵੇਖ ਕੇ ਮੈਂ ਵੀ ਅਰਦਾਸ ਕਰਵਾ ਲਈ। ਭਾਈ ਸਾਹਿਬ ਜੀ ਆਖਣ ਲੱਗੇ, ਇਸ ਤਰ੍ਹਾਂ ਜਦੋਂ ਕੀਰਤਨ ਵਿੱਚ ਸਵਾਦ ਆਵੇ ਨਾ, ਤਾਂ ਹੱਥੋਂ ਕੁਝ ਦੇ ਕੇ ਅਰਦਾਸ ਕਰਵਾ ਦਿਆ ਕਰੋ। ਜੇ ਅਰਦਾਸ ਨਾ ਕਰਵਾਈਏ, ਫਿਰ ਆਪਣੀ ਕਮਾਈ ਵਿੱਚੋਂ ਕੁਝ ਦੇਣਾ ਪੈਂਦਾ ਹੈ। ਇਹ ਚੰਗਾ ਹੈ, ਚਿੱਤ ਜੁੜਿਆ, ਸਵਾਦ ਆ ਗਿਆ, ਭੇਟਾ ਕਰ ਦਿੱਤੀ ਤੇ ਹਿਸਾਬ ਸਾਫ਼ ਹੋ ਗਿਆ।